बाणी भगत रविदास जी की। एक ओंकार सतगुर प्रसाद। जब हम होते तब तू नाही, अब तू ही मैं नाही। अनल अगम जैसे लहर मैं ओदत, जल केवल जल माही। माधवे क्या कहिए ब्रह्म ऐसा, जैसा मानिए होए न तैसा। रहाओ नरपत एक सिंहासन सोया, सुपने पया भिखारी। अछत राज बिछुरत दुख पाया, सो गत भई हमारी। राज पुयंग प्रसंग जैसे हैं, अब कछ मर्म जनाया। अनेक कटक जैसे भूल परे, अब कहते कहन न आया। सर्वे एक अनेक स्वामी, सब कट भुगवै सोई। कह रविदास हाथ पै नेरे, सहजे होए सो होई। वाहिगुरु जी का खालसा, वाहिगुरु जी की फतेह। राग सोरठ। बाणी भगत रविदास जी की। एक ओंकार सतगुर प्रसाद। भगत जी वाहिगुरु अकाल पुरख ਨੂੰ ਮਾਧਵੇ ਕਹਿ ਕੇ ਸੰਬੋਧਨ ਕਰਦੇ ਹਨ। ਦਾਸ ਤੇ ਬਾਣੀ ਦੀ ਵਿਚਾਰ ਕਰਦੇ ਹਾਂ। ਕਈ ਵਾਰੀ ਇਹ ਬੇਨਤੀ ਕਰਦਾ ਹੈ ਕਿ ਲੋਕ ਰੱਬ ਦੀਆਂ ਗੱਲਾਂ ਸੁਣਾਉਂਦੇ ਹਨ, ਪਰ ਬਾਣੀ ਰੱਬ ਨਾਲ ਗੱਲਾਂ ਕਰਾਉਂਦੀ। ਪਰ ਰੱਬ ਨਾਲ ਗੱਲਾਂ ਹੁੰਦੀਆਂ ਕਦੋਂ ਨੇ? ਜਦੋਂ ਅਸੀਂ ਬਾਣੀ ਨੂੰ ਸਮਝ ਸਮਝ ਕੇ ਪੜ੍ਹੀ। ਭਗਤ ਰਵਿਦਾਸ ਜੀ ਨੇ ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ ਵਿੱਚ ਪਰਮੇਸ਼ਵਰ ਨਾਲ ਸਿੱਧੀ ਗੱਲ ਕੀਤੀ, ਸਾਨੂੰ ਜਾਚ ਸਿਖਾਈ। ਅਸੀਂ ਵੀ ਇਉਂ ਪਰਮੇਸ਼ਵਰ ਨਾਲ डायरेक्ट गल कर सकते। माधवे क्या कहिए भ्रमे ऐसा। हुण अखरी अर्थ बड़े स्पष्ट ने। माधवे जदों किसी नूं संबोधन करना होवे, किसी नाल गल करनी होवे, उहदा असीं नाम लैंदे। इसे तरह भगत जी परमात्मा ਨੂੰ ਮਾਧਵੇ ਕਹਿ ਕੇ ਪੁਕਾਰਦੇ, ਜਿਹਦਾ ਅਖਰੀ ਅਰਥ ਮਾਂ ਕਹੀਏ ਮਾਇਆ, ਤਬ ਕਹੀਏ ਪਤੀ, ਜੋ ਮਾਇਆ ਦਾ ਖਸਮ ਹੈ। ਮਾਧਵੇ ਕਿਆ ਕਹੀਏ ਭ੍ਰਮੇ ਐਸਾ। हे ਵਾਹਿਗੁਰੂ ਜੀ, ਅਸੀਂ ਕੀ ਕਹਿਣਾ ਕਰੀਏ। ऐसा भरम, ऐसा भुलेखा सानू जीवां नूं पिया है कि असीं इहदे बारे की कही। जैसा मानीए होए ना तैसा। जिहो जिहा असीं भरम नूं मन लैंदे हां, असल विच उहो जिहा हुंदा नहीं। ਹੁਣ ਇੱਥੇ ਜਿਹੜਾ ਭਰਮ ਸ਼ਬਦ ਹੈ, ਪਹਿਲਾਂ ਤੇ ਇਸ ਨੂੰ ਸਮਝਣਾ ਹੀ ਬੜਾ ਜ਼ਰੂਰੀ। ਭਰਮ ਕਹਿੰਦੇ ਕਿਹਨੂੰ? ਭਰਮ ਦਾ ਅਖਰੀ ਅਰਥ ਹੈ ਭੁਲੇਖਾ ਪੈ ਜਾਣਾ। ਗੱਲ ਹੋਣੀ ਨਾ ਤੇ ਸਮਝ ਲੈਣੀ।
ਅਸਲੀਅਤ ਕੁਝ ਹੋਰ ਹੋਣੀ ਤੇ ਸਮਝ ਕੁਝ ਹੋਰ ਰਹਿਣੀ। ਇਹਨੂੰ ਭਰਮ ਕਹਿੰਦੇ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਜਿਹੋ ਜਿਹਾ ਅਸੀਂ ਮੰਨ ਲੈਂਦੇ ਹਾਂ ਅਸਲ ਵਿੱਚ ਉਹੋ ਜਿਹਾ ਹੁੰਦਾ ਨਹੀਂ। ਹੁਣ ਇਸ ਭਰਮ ਨੂੰ ਸਮਝਣ ਵਾਸਤੇ ਬਹੁਤ ਸਾਰੀਆਂ ਵਿਦਵਾਨਾਂ ਨੇ ਸਾਖੀਆਂ ਲਿਖੀਆਂ ਨੇ। ਭਰਮ ਕਦੋਂ ਪੈਦਾ ਹੁੰਦਾ, ਭਰਮ ਕਿਉਂ ਪੈਦਾ ਹੁੰਦਾ? ਭਰਮ ਹਨੇਰੇ ਕਰਕੇ ਪੈਦਾ ਹੁੰਦਾ। ਹਨੇਰੇ ਵਿੱਚ ਅਸਲ ਚੀਜ਼ ਕੁਝ ਹੋਰ ਨਜ਼ਰ ਆਉਂਦੀ, ਭੁਲੇਖਾ ਪੈ ਜਾਂਦਾ। ਇਹਦੇ ਲਈ ਭਗਤ ਜੀ ਮਿਸਾਲਾਂ ਦੇ ਕੇ ਕਹਿੰਦੇ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਇਹ ਪਹਿਲੀ ਮਿਸਾਲ ਦਿੱਤੀ। ਨਰਪਤ, ਨਰਾਂ ਦਾ ਰਾਜਾ, ਇੱਕ ਰਾਜਾ। ਕਈਆਂ ਨੇ ਰਾਜਾ ਜਨਕ ਕਿਹਾ, ਕੋਈ ਰਾਜਾ ਲੈ ਲਓ। ਸਿੰਘਾਸਨ ਸੋਇਆ, ਸਿੰਘਾਸਨ ਦੇ ਨੰਨੇ ਨੂੰ ਸਿਆਰੀ। ਇਹ ਸਿਆਰੀ ਬੋਲਦੀ ਨਹੀਂ, ਇਹ ਅਰਥਾਂ ਵਾਸਤੇ। ਗੁਰਬਾਣੀ ਵਿੱਚ ਦੋ ਤਰ੍ਹਾਂ ਦੀਆਂ ਮਾਤਰਾ ਹਨ, ਇੱਕ ਹਨ ਉਚਾਰਨਾਤਮਕ, ਇੱਕ ਹਨ ਅਰਥਾਤਮਕ। ਜਿਹੜੀਆਂ ਉਚਾਰਨਾਤਮਕ ਨੇ ਉਹਨਾਂ ਨੂੰ ਕਿਸੇ ਕੀਮਤ 'ਤੇ ਛੱਡਿਆ ਨਹੀਂ ਜਾ ਸਕਦਾ। ਜਿਹੜੀਆਂ ਅਰਥਾਤਮਕ ਨੇ ਉਹਨਾਂ ਨੂੰ ਬੋਲਿਆ ਨਹੀਂ ਜਾ ਸਕਦਾ। ਜਿਵੇਂ ਨਰਪਤ ਦੇ ਤੱਤੇ ਨੂੰ ਸਿਆਰੀ, ਏਕ ਦੇ ਕੱਕੇ ਨੂੰ ਔਂਕੜ ਹੈ, ਸਿੰਘਾਸਨ ਦੇ ਨੰਨੇ ਨੂੰ ਸਿਆਰੀ। ਤੁਸੀਂ ਆਪ ਹੀ ਜਦੋਂ ਇਸ ਦੀ ਵਿਚਾਰ ਕਰੋਗੇ ਸਮਝ ਆ ਜਾਏ। ਤਾਂ ਪਹਿਲੀ ਗੱਲ ਤਾਂ ਭਗਤ ਰਵਿਦਾਸ ਜੀ ਨੇ ਰਹਾਉ ਦੀ ਪੰਕਤੀ ਵਿੱਚ ਪਰਮਾਤਮਾ ਨਾਲ ਸਿੱਧੀ ਗੱਲ ਕੀਤੀ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਜਿਹੋ ਜਿਹਾ ਅਸੀਂ ਮੰਨ ਲੈਂਦੇ ਹਾਂ ਉਹੋ ਜਿਹਾ ਹੁੰਦਾ ਨਹੀਂ, ਭਾਵ ਅਸਲੀਅਤ ਦੇ ਉਲਟ ਹੁੰਦਾ। ਹੁਣ ਸਮਝਾਉਣ ਵਾਸਤੇ ਮਿਸਾਲ ਦਿੰਦੇ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਇੱਕ ਰਾਜਾ ਆਪਣੇ ਸਿੰਘਾਸਨ ਤੇ ਸੁੱਤਾ ਪਿਆ। ਸੁੱਤਿਆਂ ਪਿਆ ਉਸ ਨੂੰ ਸੁਪਨਾ ਆਇਆ। ਹੁਣ ਸੁਪਨਾ ਤੇ ਕਦੇ ਨਾ ਕਦੇ ਮੈਨੂੰ, ਤੁਹਾਨੂੰ, ਸਭ ਨੂੰ ਆਉਂਦਾ। ਇਹ ਵੱਖਰੀ ਗੱਲ ਹੈ ਕਿ ਕਿਹੋ ਜਿਹਾ ਸੁਪਨਾ ਹੈ ਤੇ ਸੁਪਨਾ। ਸੁਪਨੇ ਨੂੰ ਸਮਝੋ। ਜਾਗਦਿਆਂ ਸੁਪਨਾ ਨਹੀਂ ਆਉਂਦਾ, ਸੁੱਤਿਆਂ ਸੁਪਨਾ ਆਉਂਦਾ। ਤੋ ਸੌਣਾ ਕੀ ਹੈ? ਅਗਿਆਨਤਾ ਦੇ ਪ੍ਰਭਾਵ ਵਿੱਚ ਆਉਣਾ। ਜਾਗਣਾ ਕੀ ਹੈ? ਗਿਆਨ ਹੋ ਜਾਣਾ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਸੁਪਨੇ ਵਿੱਚ ਮੰਗਤਾ ਬਣ ਕੇ, ਭਿਖਾਰੀ ਭੀਖ ਮੰਗਣ ਵਾਲੇ ਨੂੰ ਕਹਿੰਦੇ। ਕਿੱਥੇ ਰਾਜਾ, ਕਿੱਥੇ ਮੰਗਤਾ। ਹੁਣ ਆਮ ਤੌਰ 'ਤੇ ਅਸੀਂ ਜੋ ਵਿਦਵਾਨਾਂ ਤੋਂ, ਮਹਾਂਪੁਰਸ਼ਾਂ ਤੋਂ ਸੁਣਿਆ ਕਿ ਇਹ ਰਾਜਾ ਜਨਕ ਦੀ ਬਾਰੇ ਕਿਹਾ ਜਾ ਸਕਦਾ, ਕਿਹਾ ਜਾਂਦਾ। ਕਹਿੰਦੇ ਨੇ ਉਹ ਸੁਪਨੇ ਵਿੱਚ ਮੰਗਤਾ ਬਣ ਕੇ ਘਰ ਘਰ ਭੀਖ ਮੰਗਣ ਜਾਂਦਾ। ਕਿਸੇ ਦੇ ਘਰ ਤੋਂ ਥੋੜ੍ਹੇ ਜਿਹੇ ਚੌਲ ਮਿਲੇ, ਕਿਸੇ ਦੇ ਘਰ ਤੋਂ ਦਾਲ ਮਿਲੀ। ਇੱਕ ਘੁਮਿਆਰ ਦੇ ਘਰੋਂ ਹਾਂਡੀ ਮੰਗ ਲਈ ਤੇ ਸੜਕ ਦੇ ਕਿਨਾਰੇ 3 ਇੱਟਾਂ ਜੋੜ ਕੇ, ਕੱਖ ਕੰਡਾ ਇਕੱਠਾ ਕਰਕੇ ਉਸ ਨੇ ਅੱਗ ਬਾਲੀ ਤੇ ਖਿਚੜੀ ਬਣਾਉਣ ਲੱਗ ਪਿਆ। ਹੁਣ ਖਿਚੜੀ ਬਣ ਰਹੀ ਹੈ
ਤੇ ਰਾਜਾ ਮਨ ਵਿੱਚ ਸੋਚ ਰਿਹਾ ਵੀ ਖਿਚੜੀ ਬਣੇਗੀ, ਖਾਵਾਂਗਾ। ਇੰਨੀ ਦੇਰ ਨੂੰ ਦੋ ਸਾਂਢ ਆਪਸ ਵਿੱਚ ਲੜਦੇ ਹੋਏ ਉਹਦੇ ਵੱਲ ਆ ਰਹੇ ਨੇ। ਉਹਨੂੰ ਦਿਖਾਈ ਦਿੱਤੇ ਦੋ ਸਾਂਢ ਆ ਰਹੇ, ਕਿਧਰੇ ਮੇਰੇ ਉੱਤੇ ਨਾ ਚੜ ਜਾਣ। ਹਾਲੀ ਸੋਚ ਹੀ ਰਿਹਾ ਤੇ ਉਹੀਓ ਗੱਲ ਹੋਈ। ਸਾਂਢ ਲੜਦੇ ਲੜਦੇ ਉਹਦੇ ਉੱਪਰ ਆ ਚੜੇ। ਉਹਦਾ ਚੁੱਲ੍ਹਾ ਡਿੱਗ ਪਿਆ, ਹਾਂਡੀ ਟੁੱਟ ਗਈ, ਖਿਚੜੀ ਡੁੱਲ ਗਈ ਤੇ ਰਾਜੇ ਦੀ ਅੱਖ ਵੀ ਖੁੱਲ੍ਹ ਗਈ। ਹੁਣ ਦੇਖੋ, ਥੋੜ੍ਹੀ ਦੇਰ ਪਹਿਲਾਂ ਉਹ ਇੱਕ ਮੰਗਤਾ ਸੀ, ਚੌਲ ਦਾਲ ਮੰਗ ਕੇ ਲਿਆਇਆ, ਘੁਮਿਆਰ ਦੇ ਘਰੋਂ ਹਾਂਡੀ ਮੰਗ ਕੇ ਲਿਆਇਆ, ਸੁਪਨੇ ਵਿੱਚ ਹੀ ਚੁੱਲ੍ਹਾ ਬਣਾਇਆ, ਖਿਚੜੀ ਬਣਾਉਣ ਲੱਗਾ। ਪਰ ਜਦੋਂ ਉਹਦਾ ਸੁਪਨਾ ਖਤਮ ਹੋਇਆ, ਹੁਣ ਉੱਥੇ ਨਾ ਕੋਈ ਚੁੱਲ੍ਹਾ ਸੀ, ਨਾ ਕੋਈ ਹਾਂਡੀ ਸੀ, ਨਾ ਕੋਈ ਖਿਚੜੀ ਸੀ, ਨਾ ਕੋਈ ਬੈਲ ਸਨ। ਹੁਣ ਉਹ ਰਾਜਾ ਆਪਣੇ ਮਹਿਲ ਵਿੱਚ ਸਿੰਘਾਸਨ 'ਤੇ ਪਿਆ ਹੋਇਆ। ਕਹਿੰਦੇ ਨੇ ਉਹਦੇ ਮੂੰਹੋਂ ਨਿਕਲਿਆ, ਇਹ ਸੱਚ ਕਿ ਉਹ ਸੱਚ। ਜੋ ਮੈਂ ਸੁਪਨੇ ਵਿੱਚ ਦੇਖ ਰਿਹਾ ਸੀ ਉਹ ਸੱਚਾ ਸੀ, ਜਾਂ ਜੋ ਮੈਂ ਜਾਗਰਤ ਵਿੱਚ ਦੇਖ ਰਿਹਾ ਸੱਚਾ? ਧਿਆਨ ਮਾਰੋ, ਇਹ ਗੱਲ ਤੁਸੀਂ ਆਪਣੇ 'ਤੇ ਘਟਾਓ, ਮੇਰੇ 'ਤੇ ਘਟਾਓ, ਕਿਸੇ 'ਤੇ ਘਟਾਓ। ਹੁਣ ਇਸ ਦੁਬਿਧਾ ਵਿੱਚ ਰਾਜਾ ਫਸ ਗਿਆ, ਇਹ ਸੱਚ ਕਿ ਉਹ ਸੱਚ। ਕਹਿੰਦੇ ਨੇ ਉਸਨੇ ਆਪਣੇ ਦੇਸ਼ ਦੇ ਅੰਦਰ ਡੌਂਡੀ ਪਟਾਈ, ਸਾਰੇ ਮਹਾਤਮਾ, ਪੰਡਤ, ਵਿਦਵਾਨ, ਗਿਆਨੀ ਸੱਦੇ ਤੇ ਸਭ ਦੇ ਉੱਤੇ ਉਹਦਾ ਇੱਕੋ ਹੀ ਸਵਾਲ ਹੈ, ਇਹ ਸੱਚ ਕਿ ਉਹ ਸੱਚ। ਬੜੇ ਗੁਪਤ ਤਰੀਕੇ ਨਾਲ ਉਹ ਸਵਾਲ ਕਰ ਰਹੇ। ਵਿਦਵਾਨ ਲੋਕ ਆਪਣੀ ਆਪਣੀ ਅਕਲ ਨਾਲ ਸਮਝਾਉਂਦੇ ਨੇ, ਪਰ ਉਹਦੀ ਤਸੱਲੀ ਨਹੀਂ। ਕਹਿੰਦੇ ਨੇ ਉਸਨੇ ਸਾਰੇ ਮਹਾਤਮਾ, ਵਿਦਵਾਨ, ਪੰਡਤ ਕੈਦ ਕਰ ਲਏ। ਲੰਬੀ ਗਾਥਾ ਨਾ ਕਰੀਏ। ਸਮੇਂ ਦੇ ਮਹਾਂਪੁਰਖ ਅਸ਼ਟਾਵਕਰ ਜੀ ਨੂੰ ਪਤਾ ਲੱਗਾ ਕਿ ਰਾਜੇ ਨੂੰ ਕੋਈ ਭਰਮ ਹੋ ਗਿਆ ਤੇ ਉਹ ਆਪਣੇ ਭਰਮ ਦੀ ਨਿਵਰਤੀ ਲਈ ਵਿਦਵਾਨਾਂ 'ਤੇ ਸਵਾਲ ਕਰਦਾ ਹੈ। ਵਿਦਵਾਨ ਤਸੱਲੀ ਨਹੀਂ ਕਰਾ ਰਹੇ ਜਾਂ ਕਰਾ ਸਕੇ, ਔਰ ਉਹਨੇ ਸਭ ਕੈਦ ਕਰ ਲਏ। ਅਸ਼ਟਾਵਕਰ ਜੀ ਆਏ। ਅਸ਼ਟਾਵਕਰ ਜੀ ਨੂੰ ਅਸ਼ਟਾਵਕਰ ਕਿਉਂ ਕਹਿੰਦੇ ਸਨ? ਉਹਦੇ ਸਰੀਰ ਵਿੱਚ 8 ਬਿੰਗ ਸਨ, ਟੇਢ ਸਨ। ਬਕਰ ਮੈਨਾ ਟੇਢ ਹੁੰਦਾ। ਰੰਗ ਬੜਾ ਕਾਲਾ ਕਲੂਟਾ ਸੀ। ਜਦੋਂ ਸਭਾ ਵਿੱਚ ਆਏ ਤੇ ਉਹ ਸਾਰੀ ਸਭਾ ਵਿੱਚ ਬੈਠੇ ਹੋਏ ਪੰਡਤ, ਗਿਆਨੀ, ਵਿਦਵਾਨ ਹੱਸਣ ਲੱਗ ਪਏ ਤੇ ਅਸ਼ਟਾਵਕਰ ਜੀ ਵੀ ਹੱਸਣ ਲੱਗ ਪਏ। ਕਹਿੰਦੇ ਨੇ ਰਾਜੇ ਨੇ ਪੁੱਛਿਆ, ਮਹਾਰਾਜ ਤੁਸੀਂ ਕਿਉਂ ਹੱਸਦੇ ਹੋ? ਕਹਿੰਦੇ ਇਹ ਕਿਉਂ ਹੱਸਦੇ ਨੇ? ਇਹ ਤਾਂ ਤੁਹਾਡੇ ਸਰੀਰ ਦੀ ਕੁਰੂਪਤਾ ਦੇਖ ਕੇ ਹੱਸੇ। ਕਹਿੰਦੇ ਮੇਰਾ ਸਰੀਰ ਟੇਢਾ ਹੈ, ਇਹਨਾਂ ਦੀ ਬੁੱਧੀ ਟੇਢੀ ਹੈ। ਕਈ ਵਿਦਵਾਨ ਕਹਿੰਦੇ ਨੇ ਕਿ ਅਸ਼ਟਾਵਕਰ ਜੀ ਨੇ ਕਿਹਾ, ਰਾਜਾ ਇਹ ਤੇਰੀ ਸਾਰੀ ਸਭਾ ਚਮਾਰਾਂ ਦੀ ਸਭਾ ਹੈ। ਪੰਡਤਾਂ ਨੇ ਬੜਾ ਰੋਸ ਕੀਤਾ। ਰਾਜੇ ਨੇ ਕਿਹਾ, ਮਹਾਰਾਜ ਇਹਨਾਂ ਨੂੰ ਤੁਸੀਂ ਚਮਾਰ ਕਿਉਂ ਕਿਹਾ? ਤੇ ਬੜੇ ਬੜੇ ਵਿਦਵਾਨ ਕਹਿੰਦੇ ਦੇਖ ਰਾਜਾ, ਚਮਾਰ ਉਸ ਨੂੰ ਕਹਿੰਦੇ ਨੇ ਜਿਹੜਾ ਚਮੜੇ ਦੀ ਪਰਖ ਕਰੇ। ਇਹਨਾਂ ਨੇ ਮੇਰੇ ਚਮੜੇ ਦੀ ਪਰਖ ਕੀਤੀ ਹੈ ਤੇ ਮੈਂ ਇਹਨਾਂ ਨੂੰ ਚਮਾਰ ਨਾ ਆਖਾਂ, ਹੋਰ ਕੀ ਆਖਾਂ? ਮੇਰਾ ਸਰੀਰ ਟੇਢਾ ਹੈ, ਮੇਰਾ ਰੰਗ ਕਾਲਾ ਹੈ, ਪਰ ਮੇਰਾ ਬ੍ਰਹਮ ਟੇਢਾ ਨਹੀਂ, ਬ੍ਰਹਮ ਕਾਲਾ ਨਹੀਂ। ਜੇ ਤਾਂ ਇਹ ਮੇਰੇ ਬ੍ਰਹਮ ਦੀ ਪਛਾਣ ਕਰਦੇ, ਮੈਂ ਬ੍ਰਾਹਮਣ ਕਹਿੰਦਾ। ਗੱਲ ਲੰਬੀ ਹੈ, ਤੂੰ ਦੱਸ ਤੇਰਾ ਸਵਾਲ ਕੀ ਹੈ? ਆਂਦਾ ਜੀ ਮੇਰਾ ਸਵਾਲ ਹੈ ਇਹ ਸੱਚ ਕਿ ਉਹ ਸੱਚ? अष्टावक्र जी कहने लगे, जैसा ये वैसा वो, जैसा वो तैसा ये। राजा कहता जी खोल के समझाओ। कहते तू अपनी गल भी खोल के समझा। जिमें आम मरीज जाता ना डॉक्टर को,
ਉਹ ਕਹਿੰਦਾ ਤੂੰ ਕੀ ਖਾਦਾ? ਨਹੀਂ ਜੀ ਕੁਛ ਨਹੀਂ ਖਾਦਾ। ਪਰ ਡਾਕਟਰ ਨੂੰ ਪਤਾ ਵੀ ਕਿੱਥੋਂ ਭਰਮ ਪਿਆ, ਕਿੱਥੋਂ ਤਕਲੀਫ ਹੋਈ ਹੈ, ਉਹ ਕੱਢ ਲੈ। ਇਸੇ ਤਰ੍ਹਾਂ ਮਹਾਤਮਾ ਨੇ ਕਿਹਾ, ਰਾਜਨ ਤੇਰਾ ਸਵਾਲ ਵੀ ਗੋਲ ਮੋਲ ਹੈ, ਸਾਡਾ ਜਵਾਬ ਵੀ ਗੋਲ ਮੋਲ। ਜਾਂ ਤਾਂ ਆਪਣਾ ਸਵਾਲ ਖੋਲ ਕੇ ਦੱਸ ਕੇ ਜਵਾਬ ਲੈਣਾ। ਫਿਰ ਉਹਨੂੰ ਦੱਸਣਾ ਪਿਆ ਕਿ ਜੀ ਇਸ ਤਰ੍ਹਾਂ ਮੈਨੂੰ ਸੁਪਨਾ ਆਇਆ, ਇਹ ਹੋਇਆ ਉਹ ਹੋਇਆ। ਅਸ਼ਟਾਵਕਰ ਜੀ ਕਹਿਣ ਲੱਗੇ, ਦੇਖ ਰਾਜਨ, ਜਿਵੇਂ ਸੁਪਨਾ ਸੀ ਹੁਣ ਨਹੀਂ ਨਾ ਹੈਗਾ, ਸੁਪਨੇ ਦੀ ਕੋਈ ਚੀਜ਼ ਨਹੀਂ। ਅਸੀਂ ਠੀਕ ਜਵਾਬ ਦਿੱਤਾ ਹੈ, ਜੈਸਾ ਵੋ ਤੈਸਾ ਇਹ, ਜੈਸਾ ਇਹ ਤੈਸਾ ਵੋ। ਜਿਵੇਂ ਸੁੱਤਿਆਂ ਪਿਆਂ ਤੈਨੂੰ ਸੁਪਨਾ ਸੱਚਾ ਲੱਗਦਾ ਸੀ, ਜਾਗ ਕੇ ਸੁਪਨਾ ਖਤਮ ਹੋ ਗਿਆ। ਇਸੇ ਤਰ੍ਹਾਂ ਜਦੋਂ ਤੀਕਰ ਮੈਂ ਤੇ ਤੁਸੀਂ ਜੀਵ ਅਗਿਆਨਤਾ ਦੀ ਨੀਂਦਰ ਵਿੱਚ ਸੁੱਤੇ ਰਵਾਂਗੇ, ਸਾਨੂੰ ਇਹ ਜਗਤ, ਸਾਨੂੰ ਇਹ ਰਿਸ਼ਤੇਦਾਰ, ਸਾਨੂੰ ਇਹ ਧੀਆਂ ਪੁੱਤਰ, ਸਭ ਚੀਜ਼ਾਂ ਸੱਚੀਆਂ ਲੱਗਣ। ਪਰ ਜਦੋਂ ਗਿਆਨ ਹੋ ਗਿਆ ਫਿਰ ਇਹ ਖਤਮ ਹੋ ਜਾਣਾ। ਜਿਵੇਂ ਜਾਗਣ ਕਰਕੇ ਸੁਪਨਾ ਖਤਮ ਹੋ ਗਿਆ, ਇਵੇਂ ਗਿਆਨ ਆਉਣ ਕਰਕੇ ਇਹ ਭਰਮ ਵੀ ਦੂਰ ਹੋ ਜਾਏ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਅਛਤ ਰਾਜ ਵਿਛੁਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਅਛਤ ਦਾ ਮਤਲਬ ਹੁੰਦਿਆਂ ਸੰਦਿਆਂ। ਹੁਣ ਜਿਹੜਾ ਰਾਜਾ ਸਿੰਘਾਸਨ ਤੇ ਸੁੱਤਾ ਪਿਆ ਸੀ, ਰਾਜ ਉਹਦਾ ਗਿਆ ਤੇ ਕਿਧਰੇ ਨਹੀਂ ਸੀ, ਪਰ ਸੁਪਨੇ ਵਿੱਚ ਉਹਨੂੰ ਲੱਗਿਆ ਕਿ ਮੈਂ ਭਿਖਾਰੀ ਬਣ ਗਿਆ, ਦੁਖੀ ਹੋ ਰਿਹਾ। ਅਛਤ ਰਾਜ ਵਿਛੁਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਸਾਡੀ ਵੀ ਹਾਲਤ ਹੋਈ। ਹੁਣ ਭਗਤ ਰਵਿਦਾਸ ਜੀ ਨੇ ਇਹ ਸ਼ਬਦ ਦੇ ਅੰਦਰ ਬੜੀ ਕਿਰਪਾ ਕੀਤੀ। ਪਰ ਪਰਮੇਸ਼ਵਰ ਨੂੰ ਕਹਿੰਦੇ ਨੇ, ਹੇ ਪਰਮੇਸ਼ਵਰ, ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀ ਹੈ ਹੋਏ ਨਾ ਤੈਸਾ। ਰਹਾਓ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਅਛਤ ਰਾਜ ਵਿਛੁਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। राज भयंग प्रसंग जैसे हैं, अब कछ मर्म जनाया। ਹੁਣ ਇੱਥੇ ਰਾਜ ਸ਼ਬਦ ਜਿਹੜਾ, ਇਹ ਸੰਸਕ੍ਰਿਤ ਦਾ ਸ਼ਬਦ ਰਜੂ ਹੈ, ਰੱਸੀ ਹੈ। ਜਿਵੇਂ ਰੱਸੀ ਦੇ ਵਿੱਚ ਸੱਪ ਦਾ ਭੁਲੇਖਾ ਪੈਂਦਾ। ਕਦੋਂ? ਜਦੋਂ ਹਨੇਰਾ ਹੁੰਦਾ। ਹਨੇਰੇ ਕਾਰਨ ਰੱਸੀ ਵਿੱਚ ਸੱਪ ਦਾ ਭੁਲੇਖਾ ਪੈ ਜਾਂਦਾ, ਤੇ ਸੱਪ ਦਾ ਭੁਲੇਖਾ ਪੈਣ ਨਾਲ ਬੰਦਾ ਡਰ ਜਾਂਦਾ। ਹੁਣ ਉਹ ਭੁਲੇਖਾ ਦੂਰ ਕਿਵੇਂ ਹੋਵੇ? ਜਦੋਂ ਬੱਤੀ ਜਗਾਓਗੇ, ਚਾਨਣ ਕਰੋਗੇ, ਉਹ ਸੱਪ ਰੱਸੀ ਬਣ ਜਾਏ। ਜਿਹੜਾ ਹਨੇਰੇ ਕਰਕੇ ਰੱਸੀ ਸੱਪ ਲੱਗਦੀ ਸੀ, ਹੁਣ ਉਹ ਫਿਰ ਰੱਸੀ ਬਣ ਗਈ। ਪਰ ਹੋਈ ਕਦੋਂ? ਜਦੋਂ ਚਾਨਣ ਹੋਇਆ। ਭਗਤ ਜੀ ਕਹਿੰਦੇ ਨੇ, ਰਾਜ ਭਯੰਗ ਪ੍ਰਸੰਗ ਜੈਸੇ ਹੈ, ਅਬ ਕਛ ਮਰਮ ਜਨਾਇਆ। ਅਨੇਕ ਕਟਕ ਜੈਸੇ ਭੂਲ ਪਰੇ, ਅਬ ਕਹਤੇ ਕਹਿ ਨਾ ਆਇਆ। ਜਿਸ ਤਰ੍ਹਾਂ ਸੋਨੇ ਦੇ ਕਿਹੜੇ ਕੋਈ ਗਹਿਣੇ ਬਣਾ ਲਏ ਜਾਣ, ਹੁਣ ਹੈ ਤੇ ਉਹ ਸੋਨਾ ਹੀ, ਪਰ ਸਾਨੂੰ ਭੁਲੇਖਾ ਪੈ ਜਾਂਦਾ। ਸੋਨੇ ਤੋਂ ਬਣੇ ਹੋਏ ਅਨੇਕਾਂ ਕੜੇ ਵੇਖ ਕੇ ਭੁਲੇਖਾ ਪੈ ਜਾਂਦਾ। ਸੋਨਾ ਤੇ ਇੱਕੋ ਹੀ ਹੈ। ਕੀ ਹੁਣ ਉਹਨੂੰ ਅਸੀਂ ਕਈ ਕਿਸਮ ਦਾ ਸੋਨਾ ਕਹੋ? ਸੱਚਮੁੱਚ ਇਸੇ ਤਰ੍ਹਾਂ ਹੈ ਪਰਮਾਤਮਾ, ਤੇਰੀ ਇਹ ਰਚਨਾ ਵੱਖ ਵੱਖ ਤਰ੍ਹਾਂ ਦੇ ਜੀਵ, ਬਾਣੀ 'ਚ ਲਿਖਿਆ, ਬਿਰਖੈ ਹਿਡ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਤਥਾ ਜਿਵੇਂ ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰੇ। ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੇ। ਅਨੇਕ ਕਟਕ ਜੈਸੇ ਭੂਲ ਪਰੇ,
ਅਬ ਕਹਤੇ ਕਹਿ ਨਾ ਆਇਆ। ਇਹ ਭੁਲੇਖਾ ਹੈ, ਇਹ ਭਰਮ ਹੈ। ਤੇ ਭਰਮ ਪੈਦਾ ਕਦੋਂ ਹੁੰਦਾ? ਜਦੋਂ ਅਸੀਂ ਅਗਿਆਨਤਾ ਦਾ ਸ਼ਿਕਾਰ ਹੋ। ਭਗਤ ਜੀ ਕਹਿੰਦੇ ਨੇ ਹੁਣ ਸਾਡੇ ਤੇ ਕਿਰਪਾ ਹੋ ਗਈ। ਜਬ ਹਮ ਹੋਤੇ, ਜਦੋਂ ਅਸੀਂ ਆਪਣੇ ਆਪ ਵਿੱਚ ਕੁਝ ਸੀਗੇ, ਭਾਵ ਹਉਮੈ ਸੀ, ਅਸੀਂ ਵੱਖਰਾਪਨ ਮਹਿਸੂਸ ਕਰਦੇ, ਤਬ ਤੂੰ ਨਹੀਂ, ਉਦੋਂ ਤੇਰੇ ਦਰਸ਼ਨ ਨਹੀਂ ਸਨ। ਪਰ ਹੁਣ ਅਬ ਤੂੰ ਹੀ ਮੈਂ ਨਹੀਂ, ਹੁਣ ਮੈਨੂੰ ਸਭ ਜਗ੍ਹਾ ਤੂੰ ਹੀ ਤੂੰ ਨਜ਼ਰ ਆਉਂਦਾ, ਕਿਉਂਕਿ ਮੇਰੇ ਅੰਦਰੋਂ ਉਹ ਹਉਮੈ ਭਾਵ ਖਤਮ ਹੋ ਗਿਆ। ਕਿਵੇਂ ਖਤਮ ਹੋਇਆ? ਅਨਲ ਅਗਮ ਜੈਸੇ ਲਹਿਰ ਮੈਂ ਉਦਤ, ਜਿਵੇਂ ਹਵਾ ਦੇ ਨਾਲ ਪਾਣੀ ਦੇ ਵਿੱਚ ਲਹਿਰਾਂ ਉੱਠਦੀਆਂ ਨੇ। ਦੇਖੋ, ਲਹਿਰਾਂ ਉੱਠਣ ਤੋਂ ਪਹਿਲਾਂ ਵੀ ਪਾਣੀ ਸੀ ਤੇ ਲਹਿਰਾਂ ਉੱਠ ਕੇ ਫਿਰ ਪਾਣੀ ਬਣ ਜਾਂਦੀਆਂ। ਭਾਵ ਜਿਤਨਾ ਸਮਾਂ ਉਹ ਲਹਿਰਾਂ ਸਨ ਸੀ ਲਹਿਰਾਂ ਕੇ। ਇਸੇ ਤਰ੍ਹਾਂ ਜਦੋਂ ਤੀਕਰ ਸਾਡੇ ਅੰਦਰ ਹਉਮੈ ਸੀ, ਅਸੀਂ ਤੇਰੇ ਤੋਂ ਵੱਖਰੇ ਸੀ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਅਨਲ ਅਗਮ ਜੈਸੇ ਲਹਿਰ ਮੈਂ ਉਦਤ, ਉਦਤ ਕਹਿੰਦੇ ਸਮੁੰਦਰ ਨੂੰ। ਜਿਵੇਂ ਹਵਾ ਦੇ ਨਾਲ ਉੱਠੀਆਂ ਹੋਈਆਂ ਲਹਿਰਾਂ ਫਿਰ ਸਮੁੰਦਰ ਵਿੱਚ ਸਮਾ ਜਾਂਦੀਆਂ। ਜਲ ਕੇਵਲ ਜਲ ਮਾਹੀ, ਫਿਰ ਉਹ ਪਾਣੀ ਦਾ ਪਾਣੀ ਬਣ ਜਾਂਦੀ ਹੈ। ਸਾਰਾ ਸ਼ਬਦ ਬ੍ਰਹਮ ਗਿਆਨ ਨਾਲ ਭਰਪੂਰ ਹੈ। ਇਹਨੂੰ ਸਮਝਣ ਵਾਸਤੇ ਸਮੇਂ ਦੀ ਲੋੜ ਹੈ, ਸ਼ਰਧਾ ਦੀ ਲੋੜ ਹੈ, ਔਰ ਇੱਕ ਇੱਕ ਅੱਖਰ ਨੂੰ ਪੜਚੋਲਣ ਤੇ ਵਿਚਾਰਨ ਦੀ ਲੋੜ ਹੈ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਅਨਲ ਅਗਮ ਜੈਸੇ ਲਹਿਰ ਮੈਂ ਉਦਤ, ਜਲ ਕੇਵਲ ਜਲ ਮਾਹੀ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਰਾਹੁ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਅਛਤ ਰਾਜ ਬਿਛੁਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। राज भयंग प्रसंग जैसे हैं, अब कछ मर्म जनाया। अनिक कटक जैसे भूल परे, अब कहते कह ना आया। ਕਹਿੰਦੇ ਹੁਣ ਤੁਹਾਡੀ ਕਿਰਪਾ ਦੇ ਨਾਲ ਅਗਿਆਨਤਾ ਦਾ ਅੰਧੇਰਾ ਦੂਰ ਹੋ ਗਿਆ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੁਗਵੈ ਸੋਈ। ਸਰਬੇ ਹਰ ਜਗ੍ਹਾ 'ਤੇ ਉਹ ਇੱਕ ਪਰਮਾਤਮਾ, ਪਰ ਅਨੇਕੈ ਸੁਆਮੀ, ਕਈ ਰੂਪਾਂ ਵਿੱਚ। ਜਿਵੇਂ ਕੁਮਾਰ ਏਕ ਜੋ ਮਾਟੀ ਗੂੰਦੀ, ਬਹੁ ਬਿਧ ਬਾਨੀ ਲਾਈ। ਕਾਹੂ ਪੈ ਮੈਂ ਮੋਤੀ ਮੁਕਤਾਹਲ, ਕਾਹੂ ਬਿਆਦ ਲਗਾਈ। ਘੁਮਿਆਰ ਨੇ ਇੱਕੋ ਜਗ੍ਹਾ ਤੋਂ ਮਿੱਟੀ ਲਿਆਂਦੀ, ਮਿੱਟੀ ਨੂੰ ਗੁੰਨਿਆ, ਮਿੱਟੀ ਨੂੰ ਤਿਆਰ ਕੀਤਾ, ਔਰ ਉਸ ਮਿੱਟੀ ਵਿੱਚੋਂ ਕਈ ਤਰ੍ਹਾਂ ਦੇ ਭਾਂਡੇ ਬਣਾ ਦਿੱਤੇ। ਬਣਾਉਣ ਵਾਲਾ ਵੀ ਘੁਮਿਆਰ ਇੱਕ ਹੈ, ਮਿੱਟੀ ਵੀ ਇੱਕ ਹੈ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੁਗਵੈ ਸੋਈ। ਹੁਣ ਇੱਥੇ ਵਿਚਾਰਨ ਦੀ ਗੱਲ ਹੈ ਕਿ ਇਸ ਭੱਬੇ ਨੂੰ ਹੋੜਾ ਵੀ ਲੱਗਾ ਤੇ ਔਂਕੜ ਵੀ ਲੱਗਾ। ਆਮ ਪ੍ਰੇਮੀ ਸਵਾਲ ਕਰਦੇ ਨੇ ਵੀ ਇਹਦੇ ਵਿੱਚੋਂ ਕਿਹੜੀ ਮਾਤਰਾ ਬੋਲਣੀ, ਕਿਉਂਕਿ ਦੋਹਾਂ ਨੂੰ ਇੱਕੋ ਸਮੇਂ ਬੋਲਿਆ ਨਹੀਂ ਜਾ ਸਕਦਾ। ਅਸਲ ਮਾਤਰਾ ਤੇ ਹੈ ਭੋਗਵੈ, ਪਰ ਇੱਥੇ ਉਹਦਾ ਵਜ਼ਨ ਘਟਾਉਣ ਲਈ ਔਂਕੜ ਬੋਲਣਾ ਭੁਗਵੈ, ਭਾਵ ਅਸਲ ਦੇ ਉਲਟ ਬੋਲ। ਸਰਬੇ ਏਕ ਅਨੇਕੈ ਸੁਆਮੀ, ਸਭ ਘਟ ਭੁਗਵੈ ਸੋਈ। ਕਹਿ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਏ ਤੋ ਹੋਈ। ਹੁਣ ਭਗਤ ਜੀ ਕਹਿੰਦੇ ਨੇ ਤੁਹਾਡੀ ਕਿਰਪਾ ਦੇ ਨਾਲ ਜਿਵੇਂ ਸਭ ਘਟਾਂ ਵਿੱਚ ਆਪ ਹੀ ਬੈਠਾ,
ਜਗਤ ਦੇ ਰੰਗ ਮਾਣ ਰਿਹਾ ਹੈ, ਦੂਰ ਨਹੀਂ, ਮੇਰੇ ਹੱਥੋਂ ਵੀ ਨੇੜੇ। ਜੋ ਕੋਈ ਜਗਤ ਵਿੱਚ ਵਰਤ ਰਿਹਾ ਉਸੇ ਦੀ ਰਜ਼ਾ ਵਿੱਚ। ਤੋ ਸਤ ਸੰਗਤ ਬਹੁਤ ਉੱਚੀ ਅਵਸਥਾ ਹੈ ਭਗਤ ਰਵਿਦਾਸ ਜੀ ਦੀ। ਸਾਡੇ ਵਰਗੇ ਅਲਪੱਗ ਜੀਵ ਉਹਨਾਂ ਦੇ ਉੱਚੇ ਵਿਚਾਰਾਂ ਤੋਂ ਪ੍ਰੇਰਨਾ ਤੇ ਲੈ ਸਕਦੇ ਹਾਂ, ਪਰ ਇਹ ਦਾਅਵਾ ਕਰਨਾ ਕਿ ਅਸੀਂ ਉਹਦੀ ਮੁਕੰਮਲ ਵਿਆਖਿਆ ਕਰ ਲਈ, ਇਹ ਤੁੱਛ ਬੁੱਧੀ ਦੇ ਵੱਸ ਵਿੱਚ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।